खबरों के सिलसिले को आगे बढ़ाते हुए अब रुख करेंगे तहसील पसरूर का। अहल इलाका के लिए बड़ी खुशखबरी। बाजवा बरकस कंपनी चवंडा तहसील पसरूर का वाहिद जदीद टेक्नोलॉजी से आरास्ता भट्ठा। याद रहे कि ईंटों के साइज़ के लिहाज से सबसे बड़ी और चौड़ाई वाली ईंट तैयार करने वाला तहसील पसरूर का सबसे बड़ा भट्ठा। हुकूमत पंजाब की ख्वाहिश के ऐन मुताबिक मेयारी, मजबूत और मकबूल रेट पर ईंटें फ़रोख्त करने वाला तहसील पसरूर का वाहिद भट्ठा है। मज़ीद तफसीलात के लिए आगाह करेंगे हमारे ब्यूरो चीफ इस्मतुल्लाह भट्ट। जी नाज़रीन, बड़ी एक खुशखबरी है। बाजवा बरकस कंपनी चविंडा फ्लोरा रोड महाल रसूलपुर नज़द काले वाली बाबियां दा डेरा, ये इट्टां दा भट्ठा एक जदीद दौर दा तैयार होया है। आओ इन्हां मालकां नाल कुछ गल्लां करने आ। इट्टां साडीਆਂ ते तुहाडीਆਂ हर घर दी ज़रूरत ने। आओ इन्हां दे मुतलका इन्हां कोलों कुछ गल्लां पुछीए। इस भट्ठे दे उत्ते साडे नाल मुजस्सम बाजवा साहब, मुबशर बाजवा साहब जिहड़े इस भट्ठे दे मालक ने, उन्हां दे छोटे भाई ये अपना कारोबार शुरू करदे आ किन्ने को पैसे होण ते इंज दा सैटअप ला सकदा बंदा। सर मेरे हिसाब नाल ਜ਼ਮੀਨ ਬੰਦੇ ਦੀ अगर अपनी होए ना तो सारे काम चलान तक कोई 3-4 करोड़ ਦੇ गिर होना चाहिए तकरीबन। अगर ਜ਼ਮੀਨ अपनी, अगर ਜ਼ਮੀਨ अपनी नहीं तो फिर किन्ने को पैसे होण? फिर अगर तुसी जिथे भट्ठा लाना चाहते हो उतों की ਜ਼ਮੀਨ ਦਾ ਹਿਸਾਬ ਲਾ ਲਵੋ। 6-7 ਏਕੜ यानी 6-7 ਕਿੱਲੇ ਜਿਹਨੂੰ ਕਿਹਾ ਜਾਂਦਾ ਪੰਜਾਬੀ 'ਚ, ਉਨੀ ਕੁ ਜ਼ਮੀਨ ਚਾਹੀਦੀ ਹੁੰਦੀ ਹੈ। ਉਹਦਾ ਫਿਰ ਤੁਸੀਂ ਯਾਨੀ ਕਿ ਉਤੋਂ ਦੀ ਉਸਤ ਕੱਢ ਲਵੋ ਕਿ ਕਿੰਨੀ ਉਸਤ एक किले की तकरीबन कोई 7-8 करोड़ रुपया होए तो यह वाला सैटअप लग सकता है। लेबर और हाइटां इस तरह पक सकदियां ने। हाँ जी, जो अगर बंदे की ज़मीन ना होए तो फिर अगर ज़मीन अपनी हो तो फिर 3 करोड़ दे काम हो सकता है। जी बहुत शुक्रिया मुजस्सम भाई। हुण इस भट्ठे के मालक जाहिद बाजवा साहब इस वक्त मौजूद ने। इन्हां कोलों कच्ची इट्ट किवें तैयार होंदी है, मिट्टी इत्थे किंज आउंदी पिड़ां दे विच, ते उस तो बाद जिहड़ी ਇੱਟ ਤਿਆਰ ਹੋ ਕੇ ਤੇ ਫਿਰ ਐਸ ਤਨੂਰ 'ਚ ਕਿੰਜ ਆਉਂਦੀ ਏ, ਉਸ ਤੋਂ ਲੈ ਕੇ ਤੇ ਇੱਥੋਂ ਤੱਕ ਭੱਠੇ ਤੱਕ ਤਿਆਰ ਹੁੰਦੀ, ਪਕਾਈ ਹੁੰਦੀ, ਫਿਰ ਟਰਾਲੀਆਂ ਤੇ ਲੱਦੀ ਜਾਂਦੀ ਤੇ ਫਿਰ ਲੋਕਾਂ ਦੇ ਘਰਾਂ ਤੱਕ ਜਾਂਦੀ। ਇੱਟ ਕਿਵੇਂ ਜਾਂਦੀ ਏ, ਕਿੰਨੇ ਦੀ ਜਾਂਦੀ ਏ, ਇਹ ਸਾਰੀਆਂ ਗੱਲਾਂ ਅਸੀਂ ਆਪਣਾ ਭਾਈ ਜ਼ਾਹਦ ਕੋਲੋਂ ਪੁੱਛਣੀਆਂ ਨੇ ਤੇ ਤੁਸੀਂ ਵੀ ਜ਼ਰਾ ਧਿਆਨ ਨਾਲ ਗੌਰ ਰੱਖਣਾ। ਮੇਰੀ ਹਮੇਸ਼ਾ ਵੀਡੀਓ ਬਣਾਉਣ ਦਾ ਮਕਸਦ ਮਤਲਬ ਅਸਲ ਕੀਮਤ ਇਹੀ ਹੁੰਦੀ ਏ ਕਿ ਇਸ ਵੀਡੀਓ 'ਚ ਕੋਈ ਤੁਹਾਡੇ ਪੇੜ ਪੱਲੇ ਵੀ ਪਵੇ, ਤੁਹਾਡੇ ਫਾਇਦੇ ਵਾਲੀ ਕੋਈ ਗੱਲ ਹੋਵੇ, ਤੁਹਾਡੇ ਮੁਤਲਕਾ ਕੋਈ ਹੋਏ। ਮੇਰੇ ਬੋਲਣ ਨਾਲ, ਮੇਰੇ ਕਿਸੇ ਮੁਕਾਮ ਤੇ ਪਹੁੰਚਣ ਨਾਲ ਅਗਰ ਤੁਹਾਡਾ ਕੋਈ ਫਾਇਦਾ ਹੋਈਏ ਤਾਂ ਮੇਰੇ ਦਿਲ ਨੂੰ ਸਕੂਨ ਹੈ, ਮੇਰੇ ਜਿਗਰ ਨੂੰ ਠੰਡ ਹੈ। ਤੇ ਆਓ ਹੁਣ ਭਾਈ ਜ਼ਾਹਦ ਨਾਲ ਗੱਲ ਕਰਨੇ ਆ ਕਿ ਇੱਟ ਕਿਵੇਂ ਹੁੰਦੀ ਹੈ। ਤੇ ਆਪਣਾ ਭਾਈ ਜ਼ਾਹਦ, ਇਹ ਜਿਹੜੀ ਕੱਚੀ ਇੱਟ ਪਈ ਤਿਆਰ ਹੁੰਦੀ ਹੈ ਤੇ ਇਹ ਕੱਚੀ ਇੱਟ ਕਿਹੜੀ ਮਿੱਟੀ ਦੀ ਤਿਆਰ ਹੁੰਦੀ ਹੈ? ਉਸ ਮਿੱਟੀ ਆ ਜਿਵੇਂ ਚੀਕਣੀ, ਮੈਰਾ, ਭਸਰ, ਇਸ ਤਰ੍ਹਾਂ ਦੇ ਨਾਂ ਨੇ ਤੇ ਤੁਹਾਨੂੰ ਪਤਾ ਹੋਏਗਾ ਇਹ ਆਪਣਾ ਕਿਹੜੀ ਮਿੱਟੀ ਹੈ? ये सारे नाम मैरा है तो ना रोई, इन्होंने ਅਸੀਂ ਆਨੇ ਗੱਸਰ ਮਿੱਟੀ ਦਰਮਿਆਨੀ ਜਿਹਨੂੰ ਰੇਤ ਰੋਈ ਜਿਹੜੀ ਮਿਕਸ ਉਹ ਮਿੱਟੀ ਬਿਹਤਰੀਨ ਇੱਟ ਦੀ ਬਣਦੀ ਹੈ। ਇਹਦੇ ਵਿੱਚ ਅਕਸਰ ਮੈਂ ਵੇਖਿਆ ਗਿਆ ਕਿ ਰੇਤ ਵੀ ਇਸਤੇਮਾਲ ਕਰਦੇ ਨੇ। ਤੇ ਰੇਤ ਕਿਹੜੀ ਹੁੰਦੀ ਹੈ ਜਿਹੜੀ ਲੋਕੀ ਘਰਾਂ ਦੇ ਵਿੱਚ ਇਸਤੇਮਾਲ ਕਰਦੇ ਨੇ? ਉਹ ਹੁੰਦੀ ਹੈ ਕਿ ਜਾਂ ਕੋਈ ਭੱਸਰ ਟਾਈਪ ਹੁੰਦੀ ਹੈ? ਨਹੀਂ, ਉਹ ਰੇਤ ਜਿਹੜੀ ਘਰਾਂ 'ਚ ਇਸਤੇਮਾਲ ਕਰਨੇ ਉਹੀ ਰੇਤ ਤੇ ਭੱਸਰ ਵੀ ਲੱਗ ਜਾਂਦੀ ਹੈ। ਇਸ ਵਾਸਤੇ ਲਾਈ ਦੀ ਹੈ ਕਿ ਜਿਹੜੇ ਸੱਚੇ ਵਿੱਚ ਇੱਟ ਤਿਆਰ ਹੁੰਦੀ ਹੈ ਨਾ, ਉਹ ਸਰ ਉਹਨੂੰ ਈਜ਼ੀਲੀ ਮਿੱਟੀ ਨੂੰ ਛੱਡ ਦਿੰਦਾ ਰੇਤ ਲੱਗੇ ਤੇ। ਰੇਤ ਨਹੀਂ ਲੱਗੇ ਤੇ ਚੀਕ ਨਹੀਂ ਹੋ ਕੇ ਤੇ ਸੱਚੇ ਦੇ ਨਾਲ ਚੰਬੜੀ ਰਹਿੰਦੀ ਹੈ। ਤੇ ਇਹ ਜਿਹੜਾ ਮਜ਼ਦੂਰ ਹੈ ਇੱਕ ਇੱਟ ਦੀ ਕਿੰਨੀ ਮਜ਼ਦੂਰੀ ਲੈਂਦਾ? ਉਹ ਕੱਚੀ ਇੱਟ ਜਦੋਂ ਬਣਦੀ ਹੈ ਇੱਕ ਇੱਟ ਦਾ ਹਿਸਾਬ ਹੁੰਦਾ ਜਾਂ 100 ਦਾ ਹੁੰਦਾ, 50 ਦਾ, 50 ਦਾ, 1000 ਦਾ ਹਿਸਾਬ ਹੁੰਦਾ ਜੇ ਮੁਖਤਲਿਫ ਰੇਟ। ਜਿਹੜਾ ਪੇਸ਼ਗੀ ਵਾਲਾ ਬੰਦਾ ਹੁੰਦਾ ਉਹਦਾ ਰੇਟ ਘੱਟ ਹੁੰਦਾ। ਹਾਂ ਤੇ ਕੀਤੀ ਘਰ ਵਾਲੇ ਸਾਰੇ ਰੱਖੇ ਜੇ ਤੇ ਇਸ ਤਰ੍ਹਾਂ ਮੁਖਤਲਿਫ ਕੋਈ 1000 ਲੈ ਲੈਂਦਾ, ਕੋਈ 1100 ਲੈ ਲੈਂਦਾ। ਇਹ ਇਹਨਾਂ ਦਾ ਚੱਲਦਾ ਵਾ ਸਿਸਟਮ। ਉੱਥੋਂ ਫਿਰ ਇੱਟ ਜਿਹੜੀ ਉਹ ਰੇੜਿਆਂ ਦੇ ਉੱਤੇ ਲੱਦ ਕੇ ਤੇ ਆਸ ਤਨੂਰ 'ਚ ਲਿਆਈ ਜਾਂਦੀ? ਹਾਂਜੀ, ਇੱਟ ਪਹਿਲਾਂ ਇਹਨਾਂ ਨੇ ਉੱਥੇ ਜ਼ਮੀਨ ਦੇ ਉੱਤੇ ਫਰਸ਼ ਤੇ ਪਾਣੀ, ਫਿਰ ਉਹਨੂੰ ਦਸਾਂ ਉੱਤੇ ਕਰਨਾ। ਉਹਨੂੰ ਆਉਂਦੇ ਨੇ ਦਸਾਂ ਦੀ ਘੋੜੀ। ਘੋੜੀ? ਹਾਂ ਘੋੜੀ ਬਣੀਆਂ ਵੇਖੀਆਂ। ਹਾਂਜੀ, ਉਹ ਦਸਾਂ ਦੀ ਜਦੋਂ ਹੋਣੀ ਹੈ ਫਿਰ ਉਹਨੂੰ ਵੇਖਣਾ ਜਾ ਕੇ ਅਸੀਂ ਪਿੰਡ ਦੇ ਵਿੱਚ ਮੁੰਸੀ ਨੇ ਚੈੱਕ ਕਰਨਾ ਵੀ ਆਇਆ ਕਿ ਸੁੱਕ ਗਈ ਹੈ, ਇਹ ਵਿੱਚ ਜਾਣ ਦੇ ਕਾਬਲ ਹੈ। ਅਗਰ ਗਿੱਲੀ ਇੱਟ ਲਾਵਾਂਗੇ ਤੇ ਸਾਡੀ ਉਹ ਭਰਾਈ ਜਿਹਨੂੰ ਉਹਨੇ ਭਰਾਈ ਬਹਿ ਗਈ ਹੈ ਜਾਂ ਡਿੱਗ ਪਈ ਹੈ, ਇਸ ਤਰ੍ਹਾਂ ਫਿਰ ਉਹ ਡਿੱਗ ਸਕਦੀ ਹੈ। ਫਿਰ ਭਰਾਈ ਗਿੱਲੀ ਇੱਟ ਲਿਆਈਏ ਤੇ ਉਹ ਉਦੋਂ ਲਿਆਉਣੀ ਜਦੋਂ ਪੂਰੀ ਖੜਕ ਜਾਣੀ, ਸੁੱਕ ਜਾਣੀ। ਫਿਰ ਉਹ ਘੋੜਿਆਂ 'ਤੇ ਲੱਦ ਕੇ ਰੇੜਿਆਂ 'ਤੇ ਫਿਰ ਉਹ ਤੰਦੂਰ ਦੇ ਵਿੱਚ ਲੈ ਕੇ ਆਉਣੀ ਹੈ। ਇਹਦੇ ਵਿੱਚ ਲਿਆ ਕੇ ਤੇ ਮਿਸਤਰੀ ਜਿਹੜਾ ਸਪੈਸ਼ਲ ਹੁੰਦਾ, ਜਿਹੜਾ ਇਸ ਕੰਮ ਨੂੰ ਸਮਝਦਾ ਹੁੰਦਾ ਪੂਰਾ, ਉਹ ਮਤਲਬ ਕਿ ਕਾਫੀ ਮਿਹਨਤ ਤੋਂ ਬਾਅਦ ਜਾ ਕੇ ਮਿਸਤਰੀ ਬਣਦਾ। ਜਿਹੜੇ ਪਹਿਲੇ ਭੱਠੇ ਦੇਸੀ ਸਨ ਉਹਨਾਂ ਵਿੱਚ ਆਮ ਬੰਦਾ ਵੀ ਚੱਲ ਜਾਂਦਾ ਸੀ, ਇਹਦੇ ਵਿੱਚ ਆਮ ਬੰਦਾ ਨਹੀਂ, ਇਹਦੇ ਵਿੱਚ ਸਪੈਸ਼ਲਿਸਟ ਜਿਹੜਾ ਬੰਦਾ ਸਮਝਦਾ ਕੰਮ ਨੂੰ ਉਹ ਚੱਲਦਾ, ਦੂਸਰਾ ਨਹੀਂ ਚੱਲਦਾ। ਰੇੜਿਆਂ ਇਹ ਭੱਠਾ ਪੁਰਾਣੇ ਦੌਰ ਵਰਗਾ ਨਹੀਂ, ਇਹ ਹੁਣ ਕੋਈ ਜਦੀਦ ਦੌਰ ਦਾ ਬਣਿਆ। ਇਹਨੂੰ ਕੀ ਕਿਹਾ ਜਾਂਦਾ? ਇਹਨੂੰ ਜ਼ਿਗਜ਼ੈਗ ਕਿਹਾ ਜਾਂਦਾ। ਤੇ ਜ਼ਿਗਜ਼ੈਗ ਭੱਠਾ ਪਹਿਲੇ ਦੇਸੀ ਭੱਠੇ ਹੁੰਦੇ ਸਨ, ਇਹ ਜ਼ਿਗਜ਼ੈਗ ਇਹਦੇ ਤੇ ਬਲੋਰ ਫਿੱਟ ਕੀਤਾ ਜਿਸ ਤਰ੍ਹਾਂ ਕਿ ਹਕੂਮਤ ਚਾਹ ਰਹੀ ਹੈ
ਕਿ ਸਾਫ਼ ਧੂੰ ਨਿਕਲੇ, ਜਿਹਨੂੰ ਚਿੱਟਾ ਧੂੰ ਅਸੀਂ ਆਨੇ ਆ। ਇੱਕ ਹੁੰਦਾ ਸੀ ਕਾਲਾ ਧੂੰ, ਲੰਮੀ ਲਾਈਨ ਗੱਡੀ ਹੋਈ ਬਣੀ ਹੁੰਦੀ ਸੀ ਆਸਮਾਨ ਦੇ, ਤੇ ਇਹਦੇ ਨਾਲ ਨਹੀਂ। ਕੋਈ ਉਹ ਚੀਜ਼ ਨਹੀਂ ਹੈ। ਇਹ ਬਿਲਕੁਲ ਜਿਸ ਤਰ੍ਹਾਂ ਹਕੂਮਤ ਚਾਹ ਰਹੀ ਹੈ, ਜਿਹੜਾ ਉਹ ਕਹਿ ਰਹੇ ਨੇ ਕਿ ਪੁਰਾਣੇ ਭੱਠੇ ਬੰਦ ਕਰੋ, ਨਵੇਂ ਤਿਆਰ ਕਰੋ। ਇਹ ਤੁਸੀਂ ਨਵਾਂ ਭੱਠੇ ਤੇ ਆਏ ਹੋ, ਨਵੇਂ ਭੱਠੇ ਦੇ ਉੱਤੇ ਇਹ ਸਿਸਟਮ ਸਾਰਾ ਹਲਵਾਇਆ, ਜ਼ਿਪ ਬਲੋਰ ਜਿਹਨੂੰ ਕਹਿੰਦੇ ਆ, ਇਹਨੇ ਧੂੰ ਨੂੰ ਥੱਲਿਓਂ ਸਾਫ਼ ਕਰਕੇ ਤੇ ਫਿਰ ਉੱਤੇ ਸਮਾਨ ਦੇ ਜਾਣ, ਜਿਹੜੀ ਕਾਲਾ ਫਿਰ ਥੱਲੇ ਰਹਿ ਜਾਣੀ, ਉਹ ਇਹਦੇ ਵਿੱਚੋਂ ਕੱਢ ਲੈਣੀ ਕਰਨੀ ਹੈ। ਬਿਲਕੁਲ ਮੈਂ ਵੇਖ ਰਿਹਾ ਕਿ ਭੱਠੇ ਦਾ ਬਲੋਰ ਚੱਲਦਾ ਪਿਆ, ਤੇ ਧੂਆਂ ਮਤਲਬ ਕਿ ਪੂਰਾ ਭੱਠਾ ਤੁਸੀਂ ਪਹਾਇਆ, ਉਤੋਂ ਤਪਿਆ ਪਿਆ ਛੱਤ ਸਾਰਾ ਇਹਦਾ, ਤੇ ਲੇਕਿਨ ਧੂਆਂ ਦੇ ਉੱਤੇ ਗੈਰ ਮਾਮੂਲੀ, ਮੈਨੂੰ ਦੂਰੋਂ ਇੰਝ ਹੀ ਲੱਗਦਾ ਸੀ ਅੱਜ ਭੱਠਾ ਬੰਦ ਹੈ। ਉਹ ਇਸ ਤਰ੍ਹਾਂ ਹੀ ਲੱਗਦਾ, ਲੇਕਿਨ ਜਦੋਂ ਸੂਰਜ ਹੁੰਦਾ ਨਾ, ਸੂਰਜ ਦੀ ਰੋਸ਼ਨੀ ਦੇ ਵਿੱਚ ਉਹ ਚਿੱਟਾ ਧੂੰ ਨਜ਼ਰ ਨਹੀਂ ਆਉਂਦਾ। ਥੋੜ੍ਹਾ ਥੋੜ੍ਹਾ ਕੱਢਦਾ, ਕਾਲਫ ਜਿਹੜੀ ਥੱਲੇ ਰਹੀ ਕਾਲਫ ਹੀ ਨਜ਼ਰ ਆਉਂਦੀ ਹੈ ਜਦੋਂ ਦੂਸਰੇ ਭੱਠੇ ਚੱਲਦੇ ਨੇ। ਇਹਦੇ ਵਿੱਚ ਕਾਲਫ ਵਾਲਾ ਚੱਕਰ ਕੋਈ ਨਹੀਂ, ਕਾਲਫ ਥੱਲੇ ਬਹਿ ਜਾਂਦੀ ਹੈ, ਚਿੱਟਾ ਧੂੰ ਉੱਤੇ ਆ ਜਾਂਦਾ। ਤੇ ਇਹ ਆਪਣਾ ਇੱਟ ਜਿਹੜੀ ਹੈ ਜਦੋਂ ਨਿਕਲਦੀ ਹੈ, ਅਵਲ ਵੀ ਨਿਕਲਦੀ ਹੈ, ਦੋਮ ਵੀ ਨਿਕਲਦੀ, ਤੇ ਰੋੜਾ ਵੀ ਨਿਕਲਦਾ, ਇਹਦੇ 'ਚ ਕੇਰੀ ਵੀ ਨਿਕਲਦੀ ਹੈ, ਤੇ ਮਤਲਬ ਕਿ ਹਰ ਚੀਜ਼ ਦਾ ਇੱਕ ਮੁਖਤਲਿਫ ਰੇਟ ਹੁੰਦਾ ਹੈ। ਤੇ ਲੋਕਾਂ ਲਈ ਕੀ ਰੇਟ ਰੱਖਿਆ ਇੱਥੇ ਆਸ-ਪਾਸ ਦੇ ਲੋਕਾਂ ਲਈ ਜਿਹੜੇ ਆਉਂਦੇ ਨੇ ਤੁਹਾਡੇ ਕੋਲ? ਲੋਕਾਂ ਵਾਸਤੇ ਸਰ ਜਿਹੜਾ ਬੰਦਾ ਵੀ ਹੁੰਦਾ ਸਾਡੇ ਭੱਠੇ ਤੇ, ਉਹ ਜਿਸ ਤਰ੍ਹਾਂ ਖੁਸ਼ ਹੋ ਕੇ ਖੜਦਾ ਸੀ ਉਸ ਤਰ੍ਹਾਂ ਦੇ ਛੱਡਣੇ। ਅਸੀਂ ਨਵੇਂ ਬੰਦਿਆਂ ਨੂੰ ਕੋਈ ਰੇਟ ਛੇੜ ਨਹੀਂ ਮੁੰਤਖਬ ਕੀਤਾ, ਪੁਰਾਣੇ ਭੱਠਿਆਂ ਨਾਲ ਕੀਤਾ। ਉਹ ਇਹ ਹੈ ਕਿ ਪੁਰਾਣੇ ਉਹਨਾਂ ਦੇ ਕਸਟਮਰ ਚੱਲਦੇ ਆ ਰਹੇ ਨੂੰ, ਕਿਸੇ ਹੋਰ ਜਗ੍ਹਾ ਤੇ ਜਾਂਦੇ ਨਹੀਂ, ਉੱਥੇ ਹੀ ਆਉਂਦੇ ਨੇ, ਭਾਵੇਂ ਉਹ 10,000 ਤੋਂ ਦੇਣ, 12,000 ਤੋਂ ਦੇਣ, ਫੋਨ ਤੇ ਉਹਨੇ ਇੱਟ ਮੰਗਾਣੀ ਹੈ। ਜਿਵੇਂ ਕੋਈ ਆਇਆ, ਉਹ ਬਸ ਉਹਦੇ ਕੋਈ ਆਉਂਦਾ ਸੀ, ਉਹਨੂੰ ਆਦਤ ਪਈ ਉਹਦੇ ਕੋਲ ਆਉਣ ਦੀ, ਉਹ ਭਾਵੇਂ ਉਹਦੀ ਟਿੰਡ ਕਰ ਛੜੇ ਤੇ ਭਾਵੇਂ ਗਲੋਂ ਕੱਪੜੇ ਲਾ ਖੜੇ, ਉਹਨਾਂ ਨੂੰ ਬੋਲਣਾ ਨਹੀਂ ਉਹਨਾਂ ਅੱਗੇ। ਠੀਕ ਹੈ, ਨਿਜ਼ਾਮ ਚੱਲਦਾ ਪਿਆ, ਆਇਆ ਠੀਕ ਹੈ ਜੀ, ਉਹ ਫੋਨ ਕੀਤਾ, ਉਹਨੂੰ ਇੱਟੇ ਨਹੀਂ ਚਾਹੀਦੀ, ਉਹਨੂੰ ਭੇਜ ਛੜੀਏ, ਉਹਨਾਂ ਛਿੱਲ ਲਾਣੀ ਹੈ। ਬਿਲਕੁਲ ਜੀ, ਭਾਈ ਸਾਹਿਬ ਦਾ ਇੱਕ ਇਹ ਜਿਹੜਾ ਨਾ ਬੜਾ ਪੁਆਇੰਟ ਹੈ, ਜਿਹੜਾ ਕਿ ਮੈਂ ਤੁਹਾਡੇ ਵਾਸਤੇ ਵੀ ਫਾਇਦਾਮੰਦ ਹੈ, ਕਿ ਅਸੀਂ ਅਕਸਰ ਨਾ ਪ੍ਰੋਟੋਕੋਲ ਨੂੰ ਬੜਾ ਫਾਲੋ ਕਰਨੇ ਆ, ਪ੍ਰੋਟੋਕੋਲ ਨੂੰ ਬੜਾ ਲਾਈਕ ਕਰਨੇ ਆ, ਕਿ ਘਰ ਬੈਠੇ ਚੁੱਕਿਆ ਮੋਬਾਈਲ ਟੱਚ ਤੇ ਠੱਕ ਫੋਨ ਕੀਤਾ ਭੱਠੇ ਵਾਲਿਆਂ ਨੂੰ ਵੀ ਇੰਨੀ ਇੱਟ ਘੱਲ ਦਈ, ਉਹਨੂੰ ਕਿੰਨਾ ਬਿੱਲ ਬਣਿਆ, ਇੰਨਾ ਬਣੇ ਆ, ਲੀਕ ਕੇ ਇੱਥੇ ਹੀ। ਤੇ ਆਪਣਾ ਤਵੱਜੋ ਨਾਲ ਵੇਖਿਆ ਕਰੋ। ਠੀਕ ਹੈ, ਰੱਬ ਨੇ ਪੈਸੇ ਦਿੱਤੇ ਨੇ, ਇਹ ਬੜੀ ਗੱਲ ਹੈ, ਇਹ ਉਹਦੀ ਖਾਸ ਨੁਸਰਤ ਹੁੰਦੀ ਹੈ, ਬਹੁਤੇ ਪੈਸੇ ਦਿੱਤੇ ਹੋਣ ਜਿਹਨੂੰ, ਤੇ ਇਹ ਹੀ ਅਗਰ ਤੁਸੀਂ ਤਵੱਜੋ ਕਰ ਲਵੋ, ਥੋੜੀ ਜਿਹੀ ਰੇਟ ਚੈੱਕ ਕਰ ਲਓ, ਫਿਰ ਕੇ 2-4 ਭੱਠਿਆਂ ਤੋਂ ਨਵਾਂ ਭੱਠਾ ਕੋਈ ਬਣਿਆ, ਉੱਥੇ ਆ ਕੇ ਚੈੱਕ ਕੀਤਾ, ਜੇ ਰੇਟ ਦਾ ਫਰਕ ਲੱਗੇ ਤੇ ਉੱਥੋਂ ਲਈਏ। ਫਿਰ ਜਿਹੜੇ ਪੈਸੇ ਕੋ ਬਚਦੇ ਨੇ ਨਾ, ਉਹ ਕੁਝ ਆਪਣੇ ਬਾਲਾਂ ਨੂੰ ਵੀ ਥੋੜੀ ਜਿਹੀ ਯਾਸ਼ੀ ਕਰਾਈ, ਤੇ ਕੋਈ ਆਂਢ ਗੁਆਂਢ ਵਾਲਿਆਂ ਨੂੰ ਵੀ ਕਰਾਈ। ਇਹਦੇ ਨਾਲ ਯਾਨੇ ਵੀ ਰਾਜ਼ੀ, ਆਂਢ ਗੁਆਂਢ ਵੀ ਰਾਜ਼ੀ, ਤੇ ਜਿਹਨੇ ਤੁਹਾਨੂੰ ਦੁਨੀਆ ਤੇ ਘੱਲਿਆ ਉਹ ਵੀ ਰਾਜ਼ੀ। ਤੇ ਆਪਣਾ ਜ਼ਾਹਿਦ ਭਾਈ, ਇਹ ਜਿਹੜਾ ਭੱਠਾ ਹੈ, ਇਹ ਅਗਰ ਕੰਮ ਸ਼ੁਰੂ ਕਰਨ ਲਈ ਇਹ ਕਿੰਨੇ ਕੁ ਪੈਸੇ ਹੋਏ ਬੰਦੇ ਕੋਲ, ਤੇ ਇਹ ਭੱਠਾ ਇੰਜ ਦਾ ਬਣਾ ਸਕਦਾ? ਇਹ ਸਰ ਜੀ ਜਿੰਨੇ ਵੀ ਪੈਸੇ ਹੋਣ ਨਾ ਭੱਠੇ ਵਾਸਤੇ, ਇਹ ਥੋੜੇ ਨੇ। 5-7 ਕਰੋੜ ਵੀ ਹੋਏ ਥੋੜਾ, ਇਹਦੇ ਉੱਤੇ 10 ਕਰੋੜ ਵੀ ਤੁਸੀਂ ਲਾ ਸਕਦੇ ਹੋ, ਇਹਦੇ ਤੁਸੀਂ 12 ਕਰੋੜ ਵੀ ਲਾ ਸਕਦੇ ਹੋ। ਭੱਠਾ ਜਿਹੜਾ ਵੇ, ਇਹਦੇ ਤੁਸੀਂ ਜਿੰਨੇ ਵੀ ਪੈਸੇ ਲਾ ਲਓ ਥੋੜੇ ਨੇ। ਯਾਨੀ ਕਿ ਮੈਂ ਕਦੀ ਵੀ ਨਹੀਂ ਬਣਵਾ ਸਕਦਾ ਭੱਠਾ? ਨਹੀਂ ਨਹੀਂ ਸਰ ਜੀ, ਇਹ ਤੁਹਾਡਾ ਹੀ ਭਾਈ, ਇਹ ਤੁਸੀਂ ਕੋਈ ਮਸਲਾ ਨਹੀਂ ਹੈ, ਲੇਕਿਨ ਇਹਦੇ ਉੱਤੇ ਇਹ ਭੱਠਾ ਹੈ ਨਾ, ਇਹ ਤੁਹਾਡੇ ਕੋਲ 10 ਲੱਖ ਰੁਪਈਆ ਮੰਗਦਾ ਪਿਆ, ਤੁਹਾਨੂੰ 9 ਲੱਖ ਦਿੱਤਾ ਨਾ, ਇਹਨੇ ਤੁਹਾਨੂੰ 10 ਲੱਖ ਦਾ ਸਾਰਾ ਕਰਨਾ। ਅਗਰ 10 ਲੱਖ ਮੰਗਦਾ ਹੈ ਤੇ ਤੁਸੀਂ 11 ਲੱਖ ਲਾਉਂਦੇ ਹੋ, ਇਹ ਤੁਹਾਨੂੰ ਅੱਛੀ ਪ੍ਰਾਫਿਟ ਦੇਵੇਗਾ। ਇਹਦੇ ਕਿਹਾ ਜਾਂਦਾ ਕਿ ਇਹਨੂੰ ਤੁਸੀਂ ਛੋਟਾ ਜਿਹਾ ਮਜ਼ਾਕ ਕਰੋ, ਤੁਹਾਡੇ ਨਾਲ ਬਹੁਤ ਵੱਡਾ ਮਜ਼ਾਕ ਕਰ ਸਕਦੇ। ਬਿਲਕੁਲ ਬਿਲਕੁਲ, ਯਾਨੀ ਕਿ ਖੁੱਲੇ ਦਿਲ ਵਾਲਾ ਕਾਰੋਬਾਰ ਹੈ। ਇਹ ਕਾਰੋਬਾਰ ਆਮ ਨਹੀਂ ਹੈ ਕਿ ਤੁਸੀਂ ਥੋੜੇ ਜਿਹੇ ਪੈਸੇ ਲਾ ਕੇ ਤੇ ਉਹਨੂੰ ਕਰੋਗੇ। ਇਹਦੀ ਹੱਦ ਹੈ 5 ਲੱਖ, 4 ਲੱਖ, 10 ਕਰੋੜ, ਇਹਦੀ ਕੋਈ ਹੱਦ ਨਹੀਂ। ਜਿੰਨੇ ਮਰਜ਼ੀ ਉਹਨੂੰ ਲਾਈ ਜੇ, ਇਹਨੂੰ ਤੁਸੀਂ ਛੱਤ ਦਿਓ, ਇਹਦੇ ਉੱਤੇ ਤੁਸੀਂ ਉਹ ਛਤੜੀ ਟੈਪ ਬਣਾ ਦਿਓ, ਇਹਦਾ ਤੁਸੀਂ ਜਿਹੜਾ ਗੋਦਾਮ ਹੈ ਜਿਹਦੇ ਚਿੱਟਾਂ ਕੱਚੀਆਂ ਲੱਗਣੀਆਂ ਨੇ, ਇਕੱਠੀਆਂ ਕੀਤੀਆਂ ਜਾਂਦੀਆਂ ਨੇ, ਉਹ ਤੁਸੀਂ ਲੈਂਟਰ ਪਾ ਕੇ ਬਣਾ ਦਿਓ, ਜੋ ਮਰਜ਼ੀ ਤੁਸੀਂ ਕਰੋ, ਤੇ ਜਿੰਨੇ ਪੈਸੇ ਲਾਓ ਥੋੜੇ ਨੇ। ਅੱਛਾ, ਤੇ ਇਹ ਭੱਠਾ ਆਪਣਾ ਤੁਹਾਡੇ ਸਾਡੇ ਸ਼ਹਿਰ ਚਵਿੰਡੇ ਤੋਂ ਕਿੰਨੇ ਕਿਲੋਮੀਟਰ ਫਾਸਲੇ ਤੋਂ ਹੋਣਾ ਭਲਾ? ਤਕਰੀਬਨ ਕੋਈ ਥਾਣੇ ਫਲੋਰੇ ਵਾਲੀ ਸਾਈਡ ਵੱਲ ਨਾ ਚਵਿੰਡੇ ਤੋਂ 4-5 ਕਿਲੋਮੀਟਰ ਹੋਣਾ। 4 ਕਿਲੋਮੀਟਰ ਚਵਿੰਡਿਓਂ ਇਹ 3 ਕਿਲੋਮੀਟਰ ਨਾ, 1 ਕਿਲੋਮੀਟਰ ਅੱਗੇ ਥਾਣਾ ਫਲੋਰਾ। ਆਪਣਾ ਚਵਿੰਡਿਓਂ ਇਬਨੇ ਤਾਰਕ ਮੈਰਿਜ ਹਾਲ ਦੇ ਕੋਲੋਂ ਹੀ ਬੋਰਡ ਲੱਗਾ ਉੱਥੇ ਤੁਹਾਡਾ, ਤੇ ਉਸ ਬੋਰਡ ਤੋਂ ਨਾਲ ਹੀ ਟਰਨ ਲੈਣਾ ਇੱਧਰ ਨੂੰ। ਤੇ ਆਪਣਾ ਤੁਸੀਂ ਚਵਿੰਡੇ ਔਰ ਗਿਰਦੋਨਵਾ ਦੇ ਡਿਸਟ੍ਰਿਕਟ ਸਿਆਲਕੋਟ ਦੇ ਦੂਰ ਦਰਾਜ਼ ਦੇ ਜਿੰਨੇ ਵੀ ਆਪਣਾ ਜਿਨ੍ਹਾਂ ਭਾਈਆਂ ਨੇ ਚਾਰ ਦੀਵਾਰੀ ਕਰਨੀ ਜਾਂ ਕੋਈ ਖੁੱਡਾ ਵੀ ਬਣਾਉਣਾ ਜਾਂ ਕੋਠੀ ਬਣਾਉਣੀ, ਮਕਾਨ ਬਣਾਉਣਾ, ਆਪਣਾ ਪਲਾਜ਼ਾ ਬਣਾਉਣਾ, ਮਾਰਕੀਟ ਬਣਾਉਣੀ ਹੈ, ਬੈਂਕ ਬਣਾਉਣਾ, ਕੋਈ ਵੀ ਸ਼ੈ ਬਣਾਉਣੀ ਹੈ, ਉਹਨੂੰ ਇੱਟਾਂ ਦੀ ਲੋੜ ਤੇ ਪੈਂਦੀ ਹੈ। ਉਹਨਾਂ ਵਾਸਤੇ ਤੁਸੀਂ ਕੀ ਆਪਣਾ ਮੈਸੇਜ ਦੇਵੋਗੇ ਕਿ ਉਹਨਾਂ ਨੂੰ ਤੁਹਾਡੇ ਕੋਲ ਕਿਸ ਤਰ੍ਹਾਂ ਪਹੁੰਚਣਾ ਚਾਹੀਦਾ, ਔਰ ਆਪਣਾ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਰਾਬਤਾ ਨੰਬਰ ਜਿਹੜਾ ਉਹ ਵੀ ਬੋਲ ਕੇ ਜ਼ਰਾ ਦੱਸ ਦਿਓ। ਰਾਬਤਾ ਨੰਬਰ ਮੇਰਾ 0346 6624 402 0346 6624 402 ਜ਼ਾਹਿਦ ਬਾਜਵਾ ਮੇਰਾ ਨਾਮ ਹੈ। ਔਰ ਇਹਨਾਂ ਲੋਕਾਂ ਨਾਲ ਜਿੰਨੇ ਵੀ ਬੰਦੇ ਹੋਣਗੇ ਅਸੀਂ ਸ਼ਫਕਤ ਪਿਆਰ ਕਰਾਂਗੇ। ਸਾਡੇ ਭਾਈ ਨੇ, ਸਾਡੇ ਇਲਾਕੇ ਦੇ ਜਿੰਨੇ ਵੀ ਲੋਕ ਨੇ ਸਾਡੇ ਕੋਲ ਆਉਣਗੇ, ਪੂਰੇ ਭੱਠਿਆਂ 'ਤੇ ਫਿਰ ਕੇ ਵੇਖ ਲੈਣ। ਜੋ ਰੇਟ ਸਾਰਿਆਂ ਭੱਠਿਆਂ ਵਾਲਾ ਹੋਏਗਾ ਅਸੀਂ ਇਹਨਾਂ ਨੂੰ
500 ਜਾਂ 1000 ਰੁਪਈਆ ਲੈਸ ਕਰਕੇ ਦੇਵਾਂਗੇ। ਜਿੱਥੇ ਖੁਸ਼ ਹੋ ਕੇ ਜਾਣਗੇ ਅਸੀਂ ਉੱਥੇ ਕਰਾਂਗੇ ਇਨਸ਼ਾਅੱਲਾ ਤਾਲਾ। ਲੇਕਿਨ ਸਾਡੇ ਇਸ ਇਲਾਕੇ ਦੇ ਜਿੰਨੇ ਵੀ ਭੱਠੇ ਨੇ ਉਹਨਾਂ ਤੋਂ ਡਾਊਨ ਰੇਟ ਦੇ ਇੱਥੋਂ ਇੱਟ ਮਿਲ ਸਕਦੀ ਹੈ। ਲਓ ਜੀ, ਇਸ ਚੀਜ਼ ਦੀ ਗਾਰੰਟੀ ਹੈ ਕਿ ਜਦੋਂ ਮਰਜ਼ੀ ਭਾਈ ਸਾਹਿਬ ਦੇ ਨੰਬਰ ਤੇ ਤੁਸੀਂ ਕਾਲ ਕਰਨੀ ਹੈ ਤੇ ਇੱਥੋਂ ਇੱਟ ਤੁਹਾਨੂੰ ਮਕੂਰ ਰੇਟ ਤੇ ਜਿਹੜੀ ਉਹ ਮਿਲੇਗੀ ਔਰ ਸਸਤੀ ਮਿਲੇਗੀ। ਪੂਰੀ ਮਾਰਕੀਟ 'ਚ ਜਿੰਨੇ ਭੱਠੇ ਨੇ ਉਹਨਾਂ ਤੋਂ ਸਸਤੀ ਇੱਟ ਮਿਲੇਗੀ। ਅਗਰ ਤੁਹਾਨੂੰ ਸਸਤੀ ਇੱਟ ਨਾ ਮਿਲੇ ਤੇ 0302 ਤੇ 6162 ਮੇਰਾ ਨੰਬਰ ਹੈ ਜਨਾਬ। ਤੁਸੀਂ ਮੈਨੂੰ ਕਾਲ ਕਰਕੇ ਆਖਣਾ ਜਨਾਬ ਵਾਅਦਾ ਪੂਰਾ ਨਹੀਂ ਕੀਤਾ। ਅਲਹਮਦੁਲਿਲਾ ਭਾਈ ਜ਼ਾਹਦ ਆਪਣੀ ਗੱਲ ਦੇ ਉੱਤੇ ਪਹਿਰਾ ਦੇਣ ਵਾਲੇ ਨੇ ਤੇ ਭੱਜ ਕੇ ਇੱਟਾਂ ਇੱਥੋਂ ਹੀ ਆਹ ਲੈਣੀਆਂ ਨੇ। ਜਦੋਂ ਵੀ ਕੋਈ ਕੰਮ ਸ਼ੁਰੂ ਕਰਨਾ ਹਾਂ ਹੁਣ ਇੱਟਾਂ ਇੱਥੋਂ ਹੀ ਲੈਣੀਆਂ ਨੇ। ਭਾਈ ਜ਼ਾਹਦ ਦੇ ਨਾਲ ਹੀ ਹੁਣ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ।